ਜੀ ਦਰ ਸਾਰੀ ਦੁਨੀਆ ਦੇ ਛੱਡ ਕੇ, ਜੀ ਦਰ ਸਾਰੀ ਦੁਨੀਆ ਦੇ ਛੱਡ ਕੇ, ਮੈਂ ਤੇਰੇ ਦੁਆਰੇ ਆਇਆ ਮਾਲਕਾ। ਸਾਰੀ ਦੁਨੀਆ ਦੇ ਛੱਡ ਕੇ ਤੇਰੇ ਦੁਆਰੇ ਆਇਆ ਮਾਲਕਾ। ਦਰ ਸਾਰੀ ਦੁਨੀਆ ਦੇ ਛੱਡ ਕੇ, ਮੈਂ ਤੇਰੇ ਦੁਆਰੇ ਆਇਆ ਮਾਲਕਾ। ਦਰ ਸਾਰੀ ਦੁਨੀਆ ਦੇ ਛੱਡ ਕੇ, ਮੈਂ ਤੇਰੇ ਦੁਆਰੇ ਆਇਆ ਮਾਲਕਾ। ਦਰ ਸਾਰੀ ਦੁਨੀਆ ਦੇ ਛੱਡ ਕੇ, ਮੈਂ ਤੇਰੇ ਦੁਆਰੇ ਆਇਆ ਮਾਲਕਾ। ਦਰ ਸਾਰੀ ਦੁਨੀਆ ਦੇ ਛੱਡ ਕੇ, ਮੈਂ ਤੇਰੇ ਦੁਆਰੇ ਆਇਆ ਮਾਲਕਾ। ਦਰ ਸਾਰੀ ਦੁਨੀਆ ਦੇ ਛੱਡ ਕੇ, ਤੇਰੇ ਦੁਆਰੇ ਆਇਆ ਮਾਲਕਾ। ਸਾਰੀ ਦੁਨੀਆ ਦੇ ਦਰ ਛੱਡ ਕੇ, ਮੈਂ ਤੇਰੇ ਦੁਆਰੇ ਆਇਆ ਮਾਲਕਾ। ਦਰ ਸਾਰੀ ਦੁਨੀਆ ਦੇ ਛੱਡ ਕੇ, ਮੈਂ ਤੇਰੇ ਦੁਆਰੇ ਆਇਆ ਮਾਲਕਾ। ਦਰ ਸਾਰੀ ਦੁਨੀਆ ਦੇ ਛੱਡ ਕੇ, ਮੈਂ ਤੇਰੇ ਦੁਆਰੇ ਆਇਆ ਮਾਲਕਾ। ਛੱਡ ਕੇ, ਮੈਂ ਤੇਰੇ ਦੁਆਰੇ ਆਇਆ ਮਾਲਕਾ। ਦਰ ਸਾਰੀ ਦੁਨੀਆ ਦੇ ਛੱਡ ਕੇ, ਮੈਂ ਤੇਰੇ ਦੁਆਰੇ ਆਇਆ ਮਾਲਕਾ। ਸਗਲ ਦੁਆਰ ਕੋ ਛੱਡ ਕੇ, ਗਏ ਤੁਹਾਰੋ ਦੁਆਰੋ। ਆਏ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰੋ। ਪਰਮ ਸਤਿਕਾਰਯੋਗ ਗੁਰਾਂ ਕੀ ਸੱਜੀ ਔਰ ਨਵਾਜੀ ਹੋਈ ਸਤ ਸੰਗਤ ਜੀ, ਅੰਮ੍ਰਿਤ ਵੇਲੇ ਹਜ਼ੂਰ ਸੱਚੇ ਪਾਤਸ਼ਾਹ ਧੰਨ 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 ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਤੇ ਪਵਿੱਤਰ ਚਰਨਾਂ ਦੇ ਵਿੱਚ ਆਨੰਦ ਮਾਣਨ ਵਾਸਤੇ ਅੰਮ੍ਰਿਤਮਈ ਬਾਣੀ ਦਾ ਸਤਿਗੁਰ ਨੇ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਜਾਗਰਤਾ ਦੀਆਂ ਦਾਤਾਂ ਦਿੱਤੀਆਂ ਹਨ। ਅੱਜ ਕਹਿੰਦੇ ਸਗਲ ਦਵਾਰ ਕੋ ਛਾੜ ਕੇ ਗਏ ਤੁਹਾਰੋ ਦਵਾਰ। ਦੋਨੇ ਦੁਨੀਆ ਦੇ ਸਹਾਰੇ ਛੱਡ ਕੇ ਇੱਕੋ ਇੱਕ ਪਰਮਾਤਮਾ ਦਾ ਆਸਰਾ ਤੱਕਣ। ਦਰ ਤੋਂ ਭਾਵ ਆਸਰਾ। ਇਹ ਨਹੀਂ ਮਹਾਰਾਜ ਨੇ ਕਿਹਾ ਵੀ ਕਿਸੇ ਦੇ ਘਰ ਨਾ ਜਾਇਓ, ਘਰ ਜਾਇਓ, ਪਰ ਆਸਰਾ ਇੱਕੋ ਇੱਕ ਪਰਮਾਤਮਾ ਦਾ ਹੋਣਾ ਚਾਹੀਦਾ। ਜਿੱਥੇ ਜਿੱਥੇ ਵੀ ਕਿਸੇ ਦੀ ਟੇਕ ਹੈ, ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੀ। ਮਹਾਰਾਜ ਕਹਿੰਦੇ ਜਾਣਾ ਹੈ ਹਰ ਗੁਰਦੁਆਰੇ ਉੱਤੇ ਜਾਓ, ਪਰ ਟੇਕ ਇੱਕੋ ਇੱਕ ਇਕੱਲੇ ਇੱਕ ਪਰਮਾਤਮਾ ਦੇ ਉੱਤੇ ਰੱਖੀਏ। ਧੰਨ ਗੁਰੂ ਨਾਨਕ ਦੇ ਉੱਤੇ ਟੇਕ ਰੱਖੀਏ। ਜਿੱਥੇ ਜਿੱਥੇ ਵੀ ਚਲੋ ਕਿਸੇ ਦੀ ਭਾਵਨਾ ਜੁੜੇ ਹੋਏ ਆ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਕੋਈ ਅੱਲਾਹ ਹੈ। ਮਹਾਰਾਜ ਕਹਿੰਦੇ ਜਿੱਥੇ ਵੀ ਕੋਈ ਜੁੜਿਆ ਹੈ ਭਾਵਨਾ ਤੇ ਸ਼ਰਧਾ ਦੇ ਅਨੁਸਾਰ ਜੁੜੇ, ਕਿਸੇ ਵੀ ਦੁਆਰੇ ਉੱਤੇ ਕੋਈ ਜਾਂਦਾ, ਉੱਥੇ ਉਹਦੀ ਭਾਵਨਾ ਇੰਨੀ ਸ਼ੁੱਧ ਹੋਣੀ ਚਾਹੀਦੀ ਹੈ, ਇਹ ਕਹੇ ਵੀ ਇਦੋਂ ਵੱਡਾ ਕੋਈ ਹੋਰ ਨਹੀਂ ਹੈ। ਸਿੱਖ ਧਰਮ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਖਾਲਸੇ ਨੂੰ ਜੋੜਿਆ। ਮਹਾਰਾਜ ਕਹਿਣ ਲੱਗੇ ਜਦੋਂ ਇਸ ਤਰ੍ਹਾਂ ਟੇਕ ਇੱਕ ਭਰੋਸਾ ਇੱਕ ਪਰਮਾਤਮਾ ਦੇ ਉੱਤੇ ਹੋਵੇ, ਫਿਰ ਉਹਦੇ ਬੇੜੇ ਪਾਰ ਹੋ ਜਾਂਦੇ ਹਨ। ਜਦੋਂ ਦੁਨਿਆਵੀ ਤੌਰ ਤੇ ਭਰੋਸਾ ਕਿਸੇ ਬੰਦੇ ਦੇ ਉੱਤੇ ਰੱਖ ਲਈਏ
ਵੀ ਆਹ ਬੰਦਾ ਸ਼ਾਇਦ ਮੈਨੂੰ ਪਾਰ ਲੰਘਾ ਦੂਗਾ। ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਦੇ ਮਾਨੁਖ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕੋ ਏਕ ਹੈ ਭਗਵਾਨ। ਕਹਿੰਦੇ ਮਨੁੱਖ ਨੇ ਮਨੁੱਖ ਨੂੰ ਪਾਰ ਨਹੀਂ ਲਾਉਣਾ। ਦੁਨਿਆਵੀ ਤੌਰ ਤੇ 4 ਪੈਸੇ ਦੇ ਦੂਗਾ, ਕੋਈ ਹੋਰ ਆਰਥਿਕ ਪੱਖ ਤੋਂ ਸਹਾਇਤਾ ਕਰ ਦੂਗਾ, ਪਰ ਉਹਨੂੰ ਪਾਰ ਨਹੀਂ ਜੇ ਲਾਉਣਾ। ਪਾਰ ਇੱਕੋ ਇੱਕ ਗੁਰੂ ਨੇ ਲਾਉਣਾ ਜੀ। ਅੱਜ ਦੇ ਬਹੁਤ ਲੋਕ ਜਿਵੇਂ ਨੇ ਕਿਸੇ ਮਨੁੱਖ ਦਾ ਸਾਰਾ ਤੱਕ ਲਿਆ, ਕਿਸੇ ਮਾਇਆਧਾਰੀ ਦਾ ਸਾਰਾ ਤੱਕ ਲਿਆ ਵੀ ਸ਼ਾਇਦ ਇਹ ਮੈਨੂੰ ਪਾਰ ਲੰਘਾ ਦੂਗਾ, ਇਹ ਲੰਘਾ ਦੂਗਾ। ਮਰਜੀ ਕਹਿਣ ਲੱਗੇ ਨਹੀਂ, ਤੈਨੂੰ ਪਾਰ ਤਾਂ ਕੇਵਲ ਤੇ ਕੇਵਲ ਤੇਰੇ ਉਸ ਰਹਿਬਰ ਨੇ, ਤੇਰੇ ਗੁਰੂ ਨੇ ਹੀ ਲੰਘਾਉਣਾ ਹੈ। ਜਿਸ ਤਰ੍ਹਾਂ ਉਹ ਇੱਕ ਹੱਜ ਜਾ ਰਿਹਾ ਹੈ, ਮੁਸਲਮਾਨ ਵੀਰ ਇਕੱਠੇ ਹੋ ਕੇ ਸਾਰੇ ਜਾਂਦਿਆਂ ਜਾਂਦਿਆਂ, ਜਿਹਦੇ ਵਿੱਚ ਨੌਜਵਾਨ ਬੱਚੇ ਵੀ ਨੇ, ਬਜ਼ੁਰਗ ਵੀ ਨੇ, ਸਾਰੇ ਪ੍ਰਕਾਰ ਦੇ ਲੋਕ ਨੇ। ਪੁਰਾਣੇ ਸਮੇਂ ਵਿੱਚ ਤੁਰ ਕੇ ਲੋਕ ਜਾਂਦੇ ਹੁੰਦੇ, ਅੱਜ ਸਾਧਨ ਨੇ। ਅੱਜ ਜਿੰਨੇ ਸਾਡੇ ਕੋਲੇ ਸੁੱਖ ਸਾਧਨ ਨੇ, ਉਹਦੇ ਅਸੀਂ ਪਰਮਾਤਮਾ ਤੋਂ ਦੂਰ ਹੋ ਗਏ। ਸੁੱਖ ਸਾਧਨ ਆਈ ਜਾਂਦੇ ਨੇ, ਰੱਬ ਤੋਂ ਦੂਰ ਹੋਈ ਜਾਂਦੇ ਹਾਂ। ਹੁਣ ਉਹ ਮੁਸਲਮਾਨ ਸਾਰੇ ਧਰਮ ਇਕੱਠੇ ਹੋ ਕੇ ਮੱਕੇ ਦੇ ਹੱਜ ਵਾਸਤੇ ਜਾ ਰਹੇ ਹਨ, ਜਿਨ੍ਹਾਂ ਦੇ ਵਿੱਚ ਇੱਕ ਅਮੀਰ ਧਨਾੜ ਘਰ ਦੀ ਲਟਕੀ ਹੈ, ਜਿਹਦਾ ਨਾਮ ਹੈ ਰਹਿਬਾ। ਉਹ ਵੀ ਉਸ ਹੱਜ ਦੇ ਵਿੱਚ ਜਾ ਰਹੀ ਹੈ। 400-500 ਦਾ ਜਥਾ ਇਕੱਠਾ ਹੋ ਕੇ ਫਿਰ ਤੁਰਦੇ, ਸਾਧਨ ਲੈ ਕੇ, ਨਾਲ ਭੋਜਨ ਪਾਣੀ ਦਾ। ਰਸਤੇ ਵਿਖੜੇ ਹੁੰਦੇ, ਉਹਨਾਂ ਰਸਤਿਆਂ ਤੋਂ ਬਚਣ ਵਾਸਤੇ ਫਿਰ ਨਾਲ ਜਵਾਨ ਨੌਜਵਾਨ ਬੱਚੇ ਵੀ ਹੁੰਦੇ। ਰਸਤੇ ਦੇ ਵਿੱਚ ਭੋਜਨ ਦਾ ਪ੍ਰਬੰਧ ਵੀ ਕਰਿਆ ਹੁੰਦਾ, ਵੀ ਜਿੱਥੇ ਰਾਤ ਪੈ ਗਈ ਉੱਥੇ ਇਕੱਠੇ ਹੋ ਕੇ ਸਾਰੇ ਭੋਜਨ ਬਣਾ ਕੇ ਛਕ ਲਾਂਗੇ। ਪਿਆਰ ਮੁਹੱਬਤ ਦੀ ਗੱਲ ਹੈ। ਅੱਜ ਦੱਸੋ ਇਹ ਕਿੱਥੇ ਰਹਿ ਗਿਆ? ਅੱਜ ਮਨੁੱਖ ਭੋਜਨ ਛਕ ਕੇ ਘਰੋਂ ਚੱਲਦਾ ਤੇ ਸ਼ਾਮ ਨੂੰ ਪ੍ਰਬੰਧ ਕਰ ਲੈਂਦਾ ਮੁੜ ਕੇ ਆਉਣ ਦਾ, ਸ਼ਾਮ ਤੱਕ ਮੈਂ ਮੁੜ ਆਊਂਗਾ। ਜੇ ਕਿਤੇ ਰਿਸ਼ਤੇਦਾਰੀ 'ਚ ਗਿਆ ਤਾਂ ਘੰਟਾ 2 ਘੰਟੇ ਠਹਿਰਿਆ, ਚਾਹ ਪਾਣੀ ਛਕਿਆ, ਵਾਪਸ ਆ ਗਿਆ। ਪਰ ਅੱਜ ਪੁਰਾਤਨ ਦੇਖੋ ਕਿਹਦੇ ਕੋਲੇ ਆਏ ਰੀਤ ਪੁਰਾਤਨ ਜਿਹੜੀ ਹੈ ਵੀ 2-4 ਸੰਗ 10 ਇਕੱਠੇ ਹੋ ਕੇ ਜਾਣਾ। ਫਿਰ ਉਹਨਾਂ ਨੇ ਚਲੋ ਸਮਾਂ ਲੰਘ ਜਾਂਦਾ, ਸਮਾਂ ਪਾਸ ਹੋ ਜਾਂਦਾ ਵਧੀਆ ਸੌਖੇ ਢੰਗ ਦੇ ਨਾਲ। ਹੁਣ ਉਹ ਰਸਤੇ ਵਿੱਚ ਜਾਂਦੇ ਨੇ, ਜਿੱਥੇ ਰਾਤ ਪੈਂਦੀ ਉੱਥੇ ਰੁਕ ਜਾਂਦੇ ਨੇ। ਸੰਗ ਅੰਮ੍ਰਿਤ ਵੇਲੇ ਉੱਠਦਾ ਹੈ, ਕੋਈ ਇਸ਼ਨਾਨ ਧਿਆਨ ਕਰਦਾ ਹੈ, ਆਪਣੇ ਪ੍ਰਮਾਤਮਾ ਦੀ ਯਾਦ ਵਿੱਚ ਜੁੜਦਾ ਹੈ। ਇਹ ਵੀ ਇਸੇ ਤਰ੍ਹਾਂ ਇੱਕ ਜਗਤ ਮੁਸਾਫਰਖਾਨਾ ਪਿਆਰਾ। ਜਿਵੇਂ ਇੱਕ ਉਹ ਸਰਾਂ ਦੇ ਵਿੱਚ ਆ ਕੇ ਕੋਈ ਮਨੁੱਖ 10, 5, 20 ਮਨੁੱਖ ਰਹੇ, ਉਹਨਾਂ ਨੂੰ ਅੰਮ੍ਰਿਤ ਵੇਲੇ ਜਿਵੇਂ ਜਿਵੇਂ ਕਿਸੇ ਦਾ ਰੂਟੀਨ ਬਣਿਆ ਹੋਇਆ, ਜਾਗ ਆਈ, ਕਿਸੇ ਨੂੰ 2 ਵਜੇ ਜਾਗ ਆਈ, ਉਹਨੇ ਆਪਣਾ ਇਸ਼ਨਾਨ ਧਿਆਨ ਕਰਿਆ, ਤਿਆਰ ਪ੍ਰਤਿਆਰ ਹੋਇਆ, ਆਪਣਾ ਬੈਗ ਚੁੱਕਿਆ ਤੇ ਤੁਰਦਾ ਬਣਿਆ। ਇੱਕ ਕਿਸੇ ਨੂੰ 4 ਵਜੇ ਫਿਰ ਜਾਗ ਆਈ, ਉਹ ਵੀ ਆਪਣਾ ਜਿਹੜਾ ਉਹ ਸਮਾਨ ਤਿਆਰ ਕੀਤਾ, ਫਿਰ ਉਹ ਤੁਰਦਾ ਬਣਿਆ। ਮੱਝ ਕਹਿੰਦੇ ਜਗ ਸੰਸਾਰ ਵੀ ਇੱਕ ਉਹ ਸਰਾਂ ਹੈ। ਇਹ ਜਗ ਚੱਲਣ ਸਰਾਂ, ਮੁਸਾਫਰਾਂ ਦੀ ਕੋਈ ਆਮਦਾ ਤੇ ਕੋਈ ਜਾਮਦਾ ਜੀ। ਇਹ ਵੀ ਇੱਕ ਸਰਾਂ ਹੈ। ਇਸ ਕਰਕੇ ਮਹਾਰਾਜ ਜੀ ਕਹਿਣ ਲੱਗੇ ਧੰਨ ਨੇ ਉਹ ਜਿਹੜੇ ਅੰਮ੍ਰਿਤ ਵੇਲੇ ਪਰਮਾਤਮਾ ਨੂੰ ਮਿਲਣ ਵਾਸਤੇ ਵੱਡੇ ਭਾਗਾਂ ਕਰਕੇ ਆਉਂਦੇ ਹਨ। ਰਾਤ ਨੂੰ ਸੰਗ ਨੇ ਆਰਾਮ ਕੀਤਾ, ਗਰਮੀ ਦਾ ਮਹੀਨਾ ਸੀ। ਸੁਬਹ ਅੰਮ੍ਰਿਤ ਵੇਲੇ ਜਾਗ ਜਿਹਨੂੰ ਆਏਗੀ ਉੱਠੀ ਗਿਆ, ਸੰਗ ਅੱਗੇ ਤੁਰਦਾ ਗਿਆ। ਰਹਿਬਾ ਨੂੰ ਕੁਛ ਨੀਂਦ ਥੋੜੀ ਜਿਹੀ ਜ਼ਿਆਦਾ ਆ ਗਈ। ਜਦੋਂ ਆਪਣੇ ਸਵੈ ਸਰੂਪ ਦੇ ਵਿੱਚ ਉਹ ਉੱਠ ਕੇ ਵੇਖਿਆ, ਨਾਲ ਦਾ ਸੰਗ ਸਾਰਾ ਚਲੇ ਗਿਆ, ਇਕੱਲੀ ਰਹਿ ਗਈ। ਜੰਗਲ ਦਾ ਰਸਤਾ ਹੈ, ਨਾਲ ਦੇ ਨੇ ਕਿਸੇ ਨੇ ਚਲੋ ਨਾ ਠਾਇਆ। ਰਹਿਬਾ ਉੱਠ ਕੇ ਤੁਰਨ ਲੱਗੀ, ਆਪਣਾ ਸਮਾਨ ਸਾਰਾ ਤਿਆਰ ਕੀਤਾ। ਇੰਨੇ ਨੂੰ ਇੱਕ ਛੋਟੇ ਛੋਟੇ ਕਤੂਰੇ ਨੇ ਬੱਚੀ, ਉਹ ਕੁੱਤੀ ਆ ਗਈ, ਰਹਿਬਾ ਦੇ ਕੋਲ ਆ ਕੇ ਖੜ ਗਈ ਤੇ ਉਹਨੂੰ ਪਿਆਸ ਲੱਗੀ ਹੋਈ ਹੈ। ਮਹਾਰਾਜ ਜੀ ਕਹਿੰਦੇ ਸਭ ਤੋਂ ਵੱਡਾ ਤੀਰਥ ਹੈ। ਅਸਲ ਜੇ ਕਿਸੇ ਨੂੰ ਭੁੱਖੇ ਨੂੰ ਭੋਜਨ ਦਿੱਤਾ ਜਾਵੇ ਨਾ, ਇਹ ਸਭ ਤੋਂ ਵੱਡਾ ਇੱਕ ਤੀਰਥ। ਜਾਓ ਤਾਂ ਹਾਂ ਕਰਤੇ, ਪੰਡਤ ਪੁੱਛੋ ਤਾਂ ਮਾਇਆ ਰਾਤੇ।
ਕਹਿੰਦੇ ਤੀਰਥਾਂ ਤੇ ਜਾਓ, ਉੱਥੇ ਕੀ ਹੈ? ਹੋਮੇ ਹੀ ਹੋਮੇ ਹੈ ਬਸ ਗੱਲੀ। ਇੱਕ ਮਨੁੱਖ ਨੂੰ ਜਾਣ ਵਾਲੇ ਨੂੰ ਮੇਰੇ ਕੋਲ 4 ਪੈਸੇ ਆ, ਹੋਮੇ ਦੇ ਵਿੱਚ ਗਿਆ, ਤੇ ਤੀਰਥਾਂ ਤੇ ਉੱਥੇ ਹੈ ਵੀ ਕੁਛ ਆਹੀ ਅੱਜ ਦੇ ਸਮੇਂ ਦੇ ਵਿੱਚ। ਮਹਾਰਾਜ ਜੀ ਕਹਿਣ ਲੱਗੇ ਸਾਰਾ ਸੰਗ ਜਿਹੜਾ ਅੱਗੇ ਤੁਰ ਗਿਆ, ਉੱਥੋਂ ਮੱਕਾ ਕਿੰਨਾ 60 ਕੋਹ ਹੈ। ਪੁਰਾਣੇ ਸਮੇਂ ਵਿੱਚ ਕੋਹ ਗਿਣੇ ਜਾਂਦੇ, 60 ਕੋਹ ਮੱਕਾ ਰਹਿ ਗਿਆ, ਨੇੜੇ ਹੈ ਮੱਕਾ। ਪਰ ਉਹ ਰਹਿਬਾ ਜਦੋਂ ਤੁਰ ਲੱਗੀ, ਉਸ ਕੁੱਤੀ ਨੇ ਆ ਕੇ ਰਹਿਬਾਂ ਦੇ ਪਾਏ ਹੋਏ ਜਿਹੜੇ ਕੱਪੜੇ ਸੀ ਉਹਨਾਂ ਨੂੰ ਫੜ ਕੇ ਖੁੱਚ ਲਿਆ, ਤੇ ਉੱਚੀ ਦੇਣੇ ਮੁੱਖ ਕਰਕੇ ਤਾਂ ਨੂੰ ਰੋਂਦੀ ਹੈ। ਕੀ ਕਹਿੰਦੀ ਹੈ? ਮੇਰੇ ਛੋਟੇ ਛੋਟੇ ਬੱਚੇ ਨੇ, ਇਹਨਾਂ ਨੂੰ ਪਿਆਸ ਲੱਗੀ ਹੈ, ਗਰਮੀ ਦਾ ਮਹੀਨਾ ਹੈ। ਮਹਾਰਾਜ ਜੀ ਕਹਿੰਦੇ 68 ਤੀਰਥ ਜਹ ਸਾਧ ਪਗ ਧਰੈ, ਤਹ ਬੈਕੁੰਠ ਜਹ ਨਾਮ ਉਚਰੈ। 68 ਤੀਰਥ, 68 ਤੀਰਥਾਂ ਦਾ ਜਿਹੜਾ ਉਹ ਪੁੰਨ ਹੈ, ਦਾਨ ਹੈ। ਮਹਾਰਾਜ ਜੀ ਕਹਿੰਦੇ ਇੱਕ ਜੀ ਦਇਆ ਪ੍ਰਵਾਨ, ਇੱਕ ਜੀ ਦੇ ਉੱਤੇ, ਇੱਕ ਮਨੁੱਖ ਉੱਤੇ ਦਇਆ ਕਰਦੇ, ਦਇਆ। ਜੇ ਮਨੁੱਖ ਤੇਰੇ ਵਿੱਚ ਦਇਆ ਨਹੀਂ, ਪੁੰਨ ਦਾਨ ਕਰੀ ਜਾਂਦਾ, ਫਿਰ ਤੂੰ ਕੀ ਹੈ? ਇੱਕ ਕਸਾਈ ਹੈ। ਦਇਆ ਬਿਨ ਸਿੱਧ ਕਸਾਈ। ਕਹਿੰਦੇ ਕਰਦਾ ਵੀ ਹੈ ਸਭ ਕੁਝ, ਉਹ ਹੰਕਾਰ ਦੇ ਵਿੱਚ ਕਰਦਾ ਵੀ, ਮੈਂ ਕਰਦਾ ਜਿਹੜਾ ਕੁਝ ਕਰਦਾ ਮੈਂ ਕਰਦਾ। ਪਰ ਮਹਾਰਾਜ ਜੀ ਕਹਿੰਦੇ ਕਿ ਨਹੀਂ, ਇਹ ਕੁਝ ਛੱਡ ਕੇ, ਜਦੋਂ ਤੂੰ ਇਹ ਕੁਝ ਛੱਡ ਕੇ ਸਾਰਾ ਕੁਝ ਨਿਮਾਣਾ ਹੋ ਗਿਆ ਨਾ, ਫਿਰ ਗੁਰੂ ਦੀ ਕਿਰਪਾ ਨਾਲ ਤੈਨੂੰ ਪ੍ਰਮਾਤਮਾ ਦੇ ਦਰਸ਼ਨ ਹੋ ਜਾਣਗੇ। ਰੱਬ ਦੇ ਫਕੀਰ ਪੜਾਉਂਦੇ ਹੋ ਕੀ ਕਹਿੰਦੇ? ਮਾਨ ਛੱਡ ਕੇ ਨਿਮਾਣਾ ਹੋ ਜਾ, ਸੇਵਾ ਕਰਕੇ ਦਰਸ਼ਨ ਪਾਲੈ। ਛੱਡ ਕੇ ਨਿਮਾਣਾ ਹੋ ਜਾ ਜੀ, ਸੇਵਾ ਕਰਕੇ ਦਰਸ਼ਨ ਪਾਲੈ। ਮਾਨ ਛੱਡ ਕੇ ਨਿਮਾਣਾ ਹੋ ਜਾ, ਸੇਵਾ ਕਰਕੇ ਦਰਸ਼ਨ ਪਾਲੈ। ਮਾਨ ਛੱਡ ਕੇ ਨਿਮਾਣਾ ਹੋ ਜਾ, ਸੇਵਾ ਕਰਕੇ ਦਰਸ਼ਨ ਪਾਲੈ। ਛੱਡ ਕੇ ਨਿਮਾਣਾ ਹੋ ਜਾ, ਸੇਵਾ ਕਰਕੇ ਦਰਸ਼ਨ ਪਾਲੈ। ਮਾਨ ਛੱਡ ਕੇ ਨਿਮਾਣਾ ਹੋ ਜਾ, ਸੇਵਾ ਕਰਕੇ ਦਰਸ਼ਨ ਪਾਲੈ। ਛੱਡ ਕੇ ਨਿਮਾਣਾ ਹੋ ਜਾ ਜੀ, ਸੇਵਾ ਕਰਕੇ ਦਰਸ਼ਨ ਪਾਲੈ। ਮਾਨ ਛੱਡ ਕੇ ਨਿਮਾਣਾ ਹੋ ਜਾ, ਕਰਕੇ ਦਰਸ਼ਨ ਪਾਲੈ। ਮਾਨ ਛੱਡ ਕੇ ਨਿਮਾਣਾ ਹੋ ਜਾ, ਸੇਵਾ ਕਰਕੇ ਦਰਸ਼ਨ ਪਾਲੈ। ਮਾਨ ਛੱਡ ਕੇ ਨਿਮਾਣਾ ਹੋ ਜਾ, ਕਰਕੇ ਦਰਸ਼ਨ ਪਾਲੈ। ਮਾਨ ਛੱਡ ਕੇ ਨਿਮਾਣਾ ਹੋ ਜਾ, ਸੇਵਾ ਕਰਕੇ ਦਰਸ਼ਨ ਪਾਲੈ। ਮਾਨ ਛੱਡ ਕੇ ਨਿਮਾਣਾ ਹੋ ਜਾ, ਸੇਵਾ ਕਰਕੇ ਦਰਸ਼ਨ ਪਾਲੈ। ਮਹਾਰਾਜ ਜੀ ਕਹਿੰਦੇ ਸੇਵਾ ਕੋ ਦੋਏ ਭਲੇ, ਸੰਤ ਇੱਕ ਰਾਮ। ਗੁਰੂ ਘਰ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਆ ਉਹ ਮਹਾਰਾਜ ਜੀ ਕਹਿੰਦੇ ਸੇਵਾ ਹੀ ਮੰਨੀ ਗਈ। ਵੱਡੇ ਵੱਡੇ ਭਗਤਾਂ ਦਾ ਜ਼ਿਕਰ ਕਰੋ, ਪੜ੍ਹੋ, ਉਹਦੇ ਵਿੱਚ ਜਿਨ੍ਹਾਂ ਨੇ ਵੀ ਖੁਸ਼ੀ ਲਈ ਹੈ ਪ੍ਰਮਾਤਮਾ ਦੀ ਸੇਵਾ ਕਰਕੇ ਹੀ। ਸੇਵਾ ਤੇ ਸਿਮਰਨ ਦੋਨੋਂ ਚੀਜ਼ਾਂ, ਉਹ ਭਾਵੇਂ ਹੱਥੀ ਸੇਵਾ ਹੋਵੇ, ਭਾਵੇਂ ਉਹ ਜਿਹੜਾ ਕਿਸੇ ਮਾਇਆ ਦੁਆਰਾ, ਕਿਸੇ ਪਦਾਰਥ ਦੁਆਰਾ ਸੇਵਾ ਕੀਤੀ ਜਾ ਸਕਦੀ ਹੈ, ਥਿੱਤੀ ਦੀ ਕਿਸੇ ਦੀ ਸੇਵਾ ਕੀਤੀ ਜਾ ਸਕਦੀ ਹੈ। ਮਹਾਰਾਜ ਜੀ ਕਹਿੰਦੇ ਜਦੋਂ ਰਹਿਬਾ ਤੁਰ ਲੱਗੀ ਤਾਂ ਵੇਖਿਆ ਖੂਹ ਦੇ ਵਿੱਚ, ਨੇੜੇ ਖੂਹ ਹੈ, ਉਹਦੇ ਵਿੱਚ ਪਾਣੀ ਬੜਾ ਦੂਰ ਹੈ, ਸਾਧਨ ਕੋਈ ਨਹੀਂ ਪਾਣੀ ਕੱਢਣ ਵਾਸਤੇ। ਉਸ ਪਾਣੀ ਨੂੰ ਕੱਢਣ ਵਾਸਤੇ ਕੋਈ ਨਾ ਕੋਈ ਸਾਧਨ ਦੀ ਡੋਲ ਜਾਂ ਕੋਈ ਰੱਸਾ ਵਗੈਰਾ ਉਹਦੀ ਲੋੜ ਪੈਂਦੀ ਹੈ। ਰਹਿਬਾ ਨੇ ਵੇਖਿਆ ਖੂਹ ਦੇ ਉੱਤੇ ਖੜ ਕੇ ਕੁੱਤੀ ਖੂਹ ਉੱਤੇ ਚਲੀ ਜਾਂਦੀ ਹੈ, ਵੇਖ ਕੇ ਹੈਰਾਨ ਹੁੰਦੀ ਹੈ ਰਹਿਬਾ, ਦੇਖੋ ਇਹਨੂੰ ਆਪਣੇ ਛੋਟੇ ਛੋਟੇ ਬੱਚਿਆਂ ਦਾ ਕਿੰਨਾ ਫਿਕਰ ਹੈ। ਬਖਤੇ ਖੀਰ ਕਹਿੰਦੇ ਰਹਿਬਾਂ ਦੇ ਉੱਤੇ ਲਈ ਹੋਈ ਜਿਹੜੀ ਚੁੰਨੀ ਸੀ ਉਹਨੂੰ ਪਾੜ ਕੇ ਉਹਦੀਆਂ 2 ਬਣਾ ਲਈਆਂ, ਗੱਠ ਬੰਨ ਕੇ ਜਦੋਂ ਵਿੱਚ ਖੂਹ ਦੇ ਸੁੱਟੀ, ਉਹ ਪਾਣੀ ਤੱਕ ਨਾ ਪਹੁੰਚੀ, ਫਿਰ 4 ਬਣਾ ਲਈਆਂ ਉਹਦੀਆਂ, ਹੋਰ ਪਤਲੀ ਕਰ ਲਈ, ਚਲੋ ਖੂਹ ਤੱਕ ਪਾਣੀ ਤੱਕ ਚਲੀ ਜਾਵੇ। ਫਿਰ ਨਾ ਜਿਹੜਾ ਉਹਦਾ ਕੱਪੜਾ ਨਿਚੋੜ ਕੇ ਨਾ ਕਤੂਰਿਆਂ ਦੇ ਮੁਖ ਵਿੱਚ ਪਾਇਆ ਜਾਵੇ। ਭੁੱਲ ਗਈ ਸਭ ਕੁਝ ਸੇਵਾ ਦੇ ਵਿੱਚ, ਬਸ ਇਹੀ ਹੀ ਹੈ। ਦੇਸ਼ ਕਾਲ ਤੇ ਵਸਤੂ ਭੁੱਲ ਜਾਣਾ ਵੀ ਮੈਂ ਅੱਗੇ ਵੀ ਜਾਣਾ, ਮੇਰਾ ਸੰਗ ਅੱਗੇ ਚਲਿਆ ਗਿਆ। ਉਹ ਕਹਿਣ ਲੱਗੇ ਇੱਥੇ ਪਰਉਪਕਾਰ ਕਰਨਾ ਚਾਹੀਦਾ ਹੈ। ਨਾ ਪਾਣੀ ਤੱਕ ਰੁਪੜਿਆ, ਫਿਰ ਰਹਿਬਾਂ ਦੇ ਕੇਸ ਬੜੇ ਬੜੇ ਲੰਬੇ ਲੰਬੇ ਕੇਸ ਨੇ। ਫਿਰ
ਕਹਿੰਦੇ ਰਹਿਬਾ ਨੇ ਆਪਣੇ ਸਿਰ ਦੇ ਕੇਸ ਪੱਟਣੇ ਸ਼ੁਰੂ ਕਰ ਦਿੱਤੇ। ਕੇਸ ਪੱਟਦੀ ਹੈ, ਉਹਨਾਂ ਨੂੰ ਵਟਾ ਦੇ ਕੇ ਉਸ ਲੀਰ ਦੇ ਨਾਲ ਬੰਨ੍ਹ ਕੇ ਫੇਰ ਖੂਹ ਦੇ ਵਿੱਚ ਲਮਕਾ ਦਿੰਦੀ ਹੈ। ਫੇਰ ਨਹੀਂ ਜਾਂਦਾ, ਕਿਉਂ? ਕਬੀਰ ਕਸੌਟੀ ਰਾਮ ਕੀ, ਝੂਠਾ ਟਿਕਾ ਨਾ ਕੋਈ। ਨਾਲ ਦਾ ਸੰਗ ਸਾਰਾ ਪਹੁੰਚ ਗਿਆ, ਮੱਕੇ ਦੇ ਕੋਲੇ ਪਹੁੰਚਣ ਵਾਲੇ ਹੋ ਗਏ। ਤੇ ਰਹਿਬਾ ਉੱਥੇ ਉਸ ਬੱਚਿਆਂ ਦੀ ਖੁਸ਼ੀ ਲੈਣ ਵਾਸਤੇ, ਕਿਉਂਕਿ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਵਿੱਚ ਵੀ ਪਰਮਾਤਮਾ ਦੀ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ। ਜਦੋਂ ਫਿਰ ਨਾ ਪਹੁੰਚਿਆ ਵਕਤੇ ਖੀਰ, ਰਹਿਬਾ ਨੇ ਆਪਣੇ ਸਿਰ ਦੇ ਸਾਰੇ ਕੇਸ ਪੁੱਟ ਕੇ ਉਹ ਜਿਹੜੀ ਹੈ ਨਾ ਰੱਸੀ ਬਣਾ ਕੇ ਪਾਣੀ ਵਿੱਚ ਲਮਕਾਉਂਦੀ ਹੈ। ਪਾਣੀ ਵਿੱਚ ਚਲੀ ਗਿਆ, ਉਹ ਕੱਪੜਾ ਜਿਹੜਾ ਨਾ ਨਿਚੋੜ ਕੇ ਕੁੱਤਿਆਂ ਦੇ ਮੂੰਹ ਵਿੱਚ ਪਾ ਦਿੰਦੀ ਹੈ। ਉਹ ਕੁੱਤੀ ਦੇ ਕਤੂਰੇ ਪਾਣੀ ਛਕ ਕੇ ਜਿਹੜੇ ਨਾ ਤ੍ਰਿਪਤ ਹੋ ਜਾਂਦੇ ਨੇ। ਤੇ ਵਕਤੇ ਖੀਰ ਕਹਿੰਦੇ ਰਹਿਬਾਂ ਦੇ ਸਿਰ ਦੇ ਸਾਰੇ ਕੇਸ ਪੁੱਟੇ ਗਏ, ਪਾਣੀ ਪਿਆ ਦਿੱਤਾ ਸਾਰੇ ਕਤੂਰਿਆਂ ਨੂੰ। ਮਹਾਰਾਜ ਜੀ ਕਹਿੰਦੇ ਉਹਨਾਂ ਕੁੱਤਿਆਂ ਦੇ ਉੱਤੇ ਦਇਆ ਕੀਤੀ। 60 ਕੋਹ ਮੱਕਾ ਚੱਲ ਕੇ ਆ ਗਿਆ, 60 ਕੋਹ। ਕਹਿੰਦੇ ਜਿਹੜੇ ਮੱਕੇ ਵਾਸਤੇ ਮੁਸਲਮਾਨ ਵੀਰ ਦਰਸ਼ਨ ਕਰਨ ਜਾਂਦੇ ਨੇ, ਉਹ ਪੂਜਿਆ ਸਥਾਨ ਹੈ। ਮੁਸਲਮਾਨ ਦੇ ਵਿੱਚ ਪੂਜਿਆ ਸਥਾਨ ਹੈ ਮੱਕਾ, ਮੁਸਲਮਾਨਾਂ ਵਾਸਤੇ। ਸਿੱਖ ਧਰਮ ਦੇ ਵਿੱਚ ਪੂਜਿਆ ਹੋਇਆ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ। ਮਹਾਰਾਜ ਜੀ ਕਹਿੰਦੇ 60 ਕੋਹ ਮੱਕਾ ਚੱਲ ਕੇ ਰਹਿਬਾਂ ਦੇ ਦਰਸ਼ਨ ਕਰਨ ਵਾਸਤੇ ਆ ਗਏ। ਜਿਹੜੀ ਰਹਿਬਾਂ ਸੰਗ ਦੇ ਨਾਲ ਉਸ ਮੱਕੇ ਦੇ ਦਰਸ਼ਨ ਕਰਨ ਵਾਸਤੇ ਜਾਂਦੀ ਸੀ। ਮਹਾਰਾਜ ਜੀ ਕਹਿੰਦੇ ਇੰਨਾ ਵੱਡਾ ਮਹੱਤਵ ਹੈ, ਕਿਸੇ ਉੱਤੇ ਦਇਆ ਕਰਦੀ ਏ। ਕਹਿੰਦੇ ਜਦੋਂ ਦਇਆ ਕਰਾਂਗੇ ਨਾ, ਫਿਰ ਇੱਥੇ ਬੈਠਿਆਂ ਨੂੰ ਸਾਨੂੰ 68 ਤੀਰਥਾਂ ਦਾ ਇਸ਼ਨਾਨ ਪ੍ਰਾਪਤ ਹੋ ਜਾਊਗਾ। ਗੁਰਬਾਣੀ ਵਿੱਚ ਵੀ ਮਹਾਰਾਜ ਜੀ ਫਰਮਾਨ ਕਰਦੇ ਨੇ, ਵਿਦਵਾਨਾਂ ਨੇ ਵੀ ਬੜਾ ਸੁੰਦਰ ਲਿਖਿਆ। ਕਹਿੰਦੇ ਜਦੋਂ ਕਿਸੇ ਦੇ ਦਇਆ ਕਰਾਂਗੇ, 68 ਤੀਰਥਾਂ ਤੇ ਜਾਣ ਵਾਸਤੇ ਬੜੇ ਧਨ ਦੀ ਲੋੜ ਹੈ, ਬੜੇ ਸਮੇਂ ਦੀ ਲੋੜ ਹੈ, ਮੋਟਰ ਗੱਡੀ ਦੀ ਲੋੜ ਹੈ। ਫਿਰ ਕਿਤੇ ਜਾ ਕੇ 68 ਤੀਰਥਾਂ ਦੇ ਉੱਤੇ ਇਸ਼ਨਾਨ ਕੀਤਾ ਜਾਂਦਾ ਹੈ। ਮਹਾਰਾਜ ਜੀ ਕਹਿਣ ਲੱਗੇ, ਮਨਾ ਜੇ ਤੂੰ 68 ਤੀਰਥਾਂ ਦਾ ਇਸ਼ਨਾਨ ਚਾਹੁੰਦਾ ਨਾ, ਫਿਰ ਤੈਨੂੰ ਇੱਕ ਕੰਮ ਕਰਨਾ ਪਊਗਾ। ਉਹ ਕੀ? 68 ਤੀਰਥਾਂ ਦਾ ਫਲ ਮਿਲ ਜਾਵੇ ਜੇ ਦਇਆ ਕਰੀਏ ਇੱਕ ਜੀਵ ਤੇ। 68 ਤੀਰਥਾਂ ਦਾ ਫਲ ਮਿਲ ਜਾਵੇ, ਦਇਆ ਕਰੀਏ ਇੱਕ ਜੀਵ ਤੇ। ਤੀਰਥਾਂ ਦਾ ਫਲ ਮਿਲ ਜਾਵੇ ਜੇ ਦਇਆ ਕਰੀਏ ਇੱਕ ਜੀਵ ਤੇ। 68 ਤੀਰਥਾਂ ਦਾ ਫਲ ਮਿਲ ਜਾਵੇ ਜੇ ਦਇਆ ਕਰੀਏ ਇੱਕ ਜੀਵ ਤੇ। ਤੀਰਥਾਂ ਦਾ ਫਲ ਮਿਲ ਜਾਵੇ ਦਇਆ ਕਰੀਏ ਇੱਕ ਜੀਵ ਤੇ। 68 ਤੀਰਥਾਂ ਦਾ ਫਲ ਮਿਲ ਜਾਵੇ ਜੇ ਦਇਆ ਕਰੀਏ ਇੱਕ ਜੀਵ ਤੇ। 68 ਤੀਰਥਾਂ ਦਾ ਫਲ ਮਿਲ ਜਾਵੇ ਜੀ, ਫਲ ਮਿਲ ਜਾਵੇ ਜੇ ਦਇਆ ਕਰੀਏ ਇੱਕ ਜੀਵ ਤੇ। ਫਲ ਮਿਲ ਜਾਵੇ ਜੇ ਦਇਆ ਕਰੀਏ ਇੱਕ ਜੀਵ ਤੇ। 68 ਤੀਰਥਾਂ ਦਾ ਫਲ ਮਿਲ ਜਾਵੇ ਦਇਆ ਕਰੀਏ ਇੱਕ ਜੀਵ ਤੇ। 68 ਤੀਰਥਾਂ ਦਾ ਫਲ ਮਿਲ ਜਾਵੇ ਦਇਆ ਕਰੀਏ ਇੱਕ ਜੀਵ ਤੇ। ਦਇਆ ਕਰੀਏ ਇੱਕ ਜੀਵ ਤੇ। 68 ਤੀਰਥਾਂ ਦਾ ਫਲ ਮਿਲ ਜਾਵੇ ਦਇਆ ਕਰੀਏ ਇੱਕ ਜੀਵ ਤੇ। ਦਇਆ ਕਰੀਏ ਜੀ ਇੱਕ ਜੀਵ ਤੇ। ਦਇਆ ਕਰੀਏ ਜੀ ਇੱਕ ਜੀਵ ਤੇ। ਦਇਆ ਕਰੀਏ ਇੱਕ ਜੀਵ ਤੇ। ਦਇਆ ਕਰੀਏ ਜੀ ਇੱਕ ਜੀਵ ਤੇ। ਦਇਆ ਕਰੀਏ ਜੀ ਇੱਕ ਜੀਵ ਤੇ। ਦਇਆ ਕਰੀਏ ਜੀ ਇੱਕ ਜੀਵ ਤੇ।
ਅਠਾੜ ਤੀਰਥਾਂ ਦਾ ਫਲ ਮਿਲ ਜਾਵੇ ਜੇ ਦਇਆ ਕਰੀਏ ਕੋ ਜੀਵ ਤੇ ਅਠਾੜ ਤੀਰਥਾਂ ਦਾ ਫਲ ਮਿਲ ਜਾਵੇ ਦਇਆ ਕਰੀਏ ਕੋ ਜੀਵ ਤੇ ਤੀਰਥਾਂ ਦਾ ਫਲ ਮਿਲ ਜਾਵੇ ਦਇਆ ਕਰੀਏ ਕੋ ਜੀਵ ਤੇ ਤੀਰਥਾਂ ਦਾ ਫਲ ਮਿਲ ਜਾਵੇ ਦਇਆ ਕਰੀਏ ਕੋ ਜੀਵ ਤੇ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਮਹਾਰਾਜ ਕਹਿੰਦੇ 68 ਤੀਰਥਾਂ ਦਾ ਪੁੰਨ ਤੇ ਫਲ ਉਹ ਤੈਨੂੰ ਪ੍ਰਾਪਤ ਹੋ ਜੂ ਜੇ ਇੱਕ ਜੀ ਦੇ ਉੱਤੇ ਦਇਆ ਕਰਦੇ, ਪ੍ਰੇਮ ਦੇ, ਉਹਦੇ ਵਿੱਚ ਮਤਲਬ ਨਾ ਹੋਵੇ ਕੋਈ। ਅੱਜ ਵੀ ਲੋਕ ਦਇਆ ਕਰਦੇ ਨੇ, ਅੱਜ ਉਹਨਾਂ ਦਾ ਦਇਆ ਕਰਨ ਦਾ ਢੰਗ ਕੁਝ ਵੱਖਰਾ ਹੈ। ਮਹਾਰਾਜ ਜੀ ਕਹਿੰਦੇ ਜਿੱਦੇ ਕਿਤੇ ਹਿਰਦੇ ਵਿੱਚ ਉਹ ਦਇਆ ਕਰਤੀ ਨਾ, ਫਿਰ ਉਹ ਪ੍ਰਮਾਤਮਾ ਦੇ ਦਰ ਤੇ ਜਾ ਕੇ ਕਬੂਲ ਹੋ ਜਾਂਦੀ ਹੈ। ਦੁਆ ਦਰਵੇਸ਼ਾਂ ਰਹਿਮਤ ਖੁਦਾਏ। ਪ੍ਰਮਾਤਮਾ ਦੇ ਚਰਨਾਂ ਵਿੱਚ ਦਵਾ ਜਿਹੜੀ ਉਹ ਮਨਜ਼ੂਰ ਹੋ ਜਾਂਦੀ ਹੈ। ਹੁਣ ਨਾਲ ਦਾ ਸੰਗ ਸਾਰਾ ਮੱਕੇ ਦੇ ਵਿੱਚ ਪਹੁੰਚ ਗਿਆ ਤੇ ਰਹਿਬਾ ਉੱਥੇ ਪਰਉਪਕਾਰ ਕਰ ਰਹੀ ਹੈ। ਪਰਉਪਕਾਰ ਨਿਤ ਚਿਤ ਬਤੇ ਨਾਹੀ ਕਛ ਪੋਚ। ਹੁਣ ਜਦੋਂ ਸਾਰਿਆਂ ਨੇ ਜਾ ਕੇ ਪੁੱਛਿਆ ਵੀ ਅਸੀਂ ਮੱਕੇ ਦੇ ਦਰਸ਼ਨ ਕਰਨ ਵਾਸਤੇ ਆਏ ਆ ਤੇ ਮੱਕਾ ਇੱਥੇ ਦੀਂਦਾ ਨਹੀਂ, ਸਿਆਣੇ ਕਾਜੀਆਂ ਨੇ ਆਖਿਆ ਇੱਥੋਂ 60 ਕੋ ਇੱਕ ਰੱਬ ਦੇ ਘਰ ਦੀ ਭਗਤਨੀ ਬੈਠੀ ਹੈ, ਨਾ ਹੈ ਰਹਿਬਾ ਉਹਦਾ। ਉਹਨੇ ਇੱਕ ਉਹ ਛੋਟੇ ਜੀਵ ਬੱਚੇ ਨਿੱਕਿਆਂ ਦੇ ਉੱਤੇ ਦਇਆ ਕਰੀ ਤੇ ਉਹਦੀ ਜਿਹੜੀ ਘੰਟੀ ਦਰਗਾਹ ਵਿੱਚ ਵੱਜ ਗਈ। ਕਹਿਣ ਲੱਗੇ ਮੱਕਾ ਉਸ ਨੂੰ ਮਿਲਣ ਵਾਸਤੇ ਗਿਆ, ਤੁਸੀਂ ਮੱਕੇ ਦੇ ਵਿੱਚ ਚੱਲ ਕੇ ਆਏ ਹੋ ਤੇ ਮੱਕਾ ਤੁਹਾਨੂੰ ਉੱਥੇ ਮਿਲਣ ਵਾਸਤੇ ਗਿਆ ਹੋਇਆ। ਇਹ ਹਕੀਕਤ ਹੈ। ਹੋਰ ਵੀ ਇਤਿਹਾਸ ਦਾ ਬੜਾ ਜ਼ਿਕਰ ਮਿਲਦਾ ਹੈ। ਭਗਤ ਨਾਮਦੇਵ ਜੀ ਮਹਾਰਾਜ ਚਲੇ ਗਏ ਦਿਉਰੇ ਦੇ ਵਿੱਚ। ਜਦੋਂ ਵੇਖਿਆ ਆਰਤੀ ਹੋ ਰਹੀ ਹੈ, ਭਗਤ ਨਾਮਦੇਵ ਜੀ ਮਹਾਰਾਜ ਕੋਲੇ ਕੁਛ ਨਹੀਂ ਸੀ ਵਜਾਉਣ ਵਾਸਤੇ। ਮਨ ਵਿੱਚ ਪ੍ਰੇਮ ਜਾਗਿਆ ਜਿਵੇਂ ਕਥਾ ਕੀਰਤਨ ਦਾ, ਚਲੋ ਭਾਵਨਾ ਵਾਲਿਆਂ ਦੇ। ਭਗਤ ਨਾਮਦੇਵ ਜੀ ਦੇ ਕੰਨਾਂ ਵਿੱਚ ਆਵਾਜ਼ ਪਈ, ਆਰਤੀ ਦੀ ਟੱਲੀਆਂ ਵੱਜ ਰਹੀਆਂ ਨੇ, ਸ਼ੰਖ ਵੱਜ ਰਹੇ ਨੇ, ਕਰਤਾਲਾਂ ਪੂਰੀਆਂ ਜਾ ਰਹੀਆਂ ਨੇ। ਭਗਤ ਨਾਮਦੇਵ ਜੀ ਮਹਾਰਾਜ ਸਾਧੂਆਂ ਦੇ ਨਾਲ ਤੁਰੇ ਜਾਂਦੇ ਸੀ 68 ਤੀਰਥਾਂ ਤੇ ਇਸ਼ਨਾਨ ਕਰਨ ਵਾਸਤੇ। ਜਦੋਂ ਕੰਨਾਂ ਵਿੱਚ ਆਵਾਜ਼ ਪਈ, ਭੱਜ ਕੇ ਜਾ ਕੇ ਉਸ ਮੰਦਿਰ ਦੇ ਵਿੱਚ ਵੜ ਗਏ। ਕਹਿੰਦੇ ਸੁਣ ਦੇਖਿਆ ਭਗਤ ਨਾਮਦੇਵ ਜੀ ਨੇ ਆਰਤੀ ਬੜੀ ਸੋਹਣੀ ਹੁੰਦੀ ਹੈ, ਕਿਸੇ ਕੋਲੇ ਘੰਟੀ ਚੱਕੀ, ਕਰਤਾਲ ਚੱਕੀ ਹੈ, ਮੇਰੇ ਕੋਲੇ ਕੁਝ ਵੀ ਨਹੀਂ ਹੈ। ਕਹਿੰਦੇ ਭਗਤ ਨਾਮਦੇਵ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਟੁੱਟੇ ਹੋਏ ਛਿੱਤਰ ਪਾਏ ਹੋਏ ਸੀ, ਉਹ ਦੋਨੋਂ ਕੱਢ ਕੇ ਉਹ ਉੱਚੀ ਉੱਚੀ ਵਜਾਉਣ ਲੱਗ ਪਏ। ਪ੍ਰੇਮ 'ਚ ਭੁੱਲ ਗਏ ਸਭ ਕੁਝ। ਇਹਨੂੰ ਕਹਿੰਦੇ ਨੇ ਸ਼ਰੀਅਤ। ਲੋਕ ਇੱਕ ਸ਼ਰੀਅਤ ਤੋਂ ਉੱਪਰ ਹੁੰਦੀ ਹੈ ਗੱਲ। ਬਹੁਤੇ ਤੋਂ ਹੀ ਅਰਜ਼ ਕਰਦਾ ਨੇ ਵੀ ਸ਼ਰਅ ਤੋਂ ਉੱਪਰ ਉੱਠ ਕੇ ਜਿਹੜਾ ਵੀ ਕੋਈ ਆਹ ਨਿੱਕੀਆਂ ਨਿੱਕੀਆਂ ਗੱਲਾਂ ਤੇ ਲੋਕ ਉਲਝੇ ਪਏ ਨੇ। ਪਰ ਜੇ ਕਿਤੇ ਇਹਨੂੰ ਡੁੰਘਾਈ ਦੇ ਨਾਲ ਦੇਖੋ ਨਾ, ਫਿਰ ਤੁਹਾਡੇ ਸਾਹਮਣੇ ਆਪੇ ਗਿਆਨ ਆ ਜਾਵੇਗਾ। ਸੋਚੀ ਜਾਓ ਉਸ ਨੂੰ ਬੈਠਿਆਂ ਮਹਾਰਾਜ ਜੀ ਕਹਿੰਦੇ ਜਦੋਂ ਭਗਤ ਨਾਮਦੇਵ ਜੀ ਮਹਾਰਾਜ ਜਾ ਕੇ ਉਹ ਛਿੱਤਰ ਵਜਾਉਣ ਲੱਗ ਪਏ, ਬ੍ਰਹਮਣਾ ਨੇ ਪਿੱਛੇ ਮੁੜ ਕੇ ਵੇਖਿਆ, ਓਏ ਆ ਇੱਕ ਬਾਜ ਹੋਰ ਹੀ ਕੱਲੀ ਜੀ ਬਾਜ ਆ ਰਹੀ ਹੈ, ਕਿਉਂਕਿ ਪਤਾ ਨਹੀਂ ਵੀ ਸੁਰ ਵਿੱਚ ਕਿਵੇਂ ਬੋਲਣਾ। ਆ ਇੱਕ ਕੱਲੀ ਜੀ ਬਾਜ ਪਿੱਛੇ ਤੋਂ ਆ ਰਹੀ ਹੈ। ਪਿੱਛੇ ਨੂੰ ਮੁੜ ਕੇ ਵੇਖਿਆ ਜਦੋਂ, ਕਹਿੰਦੇ ਓਏ ਨਾਮਾ ਆ ਗਿਆ। ਇੱਕ ਤਾਂ ਉਹ ਸ਼ੂਦਰ ਹੈ, ਛੋਟੀ ਜਾਤੀ ਦਾ, ਤੇ ਦੂਜਾ ਆ ਕੇ ਪ੍ਰਮਾਤਮਾ ਦਾ ਅਪਮਾਨ ਕਰ ਦਿੱਤਾ, ਰੱਬ ਦਾ ਅਪਮਾਨ। ਕਿਵੇਂ? ਕਹਿੰਦੇ ਜੋੜਿਆਂ ਸਣੇ ਅੰਦਰ ਆ ਗਿਆ। ਦੇਖੋ ਇਹ ਸ਼ਰਅ ਇੱਕ। ਕਹਿੰਦੇ ਸਣੇ ਜੋੜੇ ਅੰਦਰ ਆ ਗਿਆ ਤੇ ਦੂਜਾ ਆ ਕੇ ਫਿਰ ਵਜਾਉਣ ਲੱਗ ਪਿਆ। ਫਿਰ ਬੜੇ ਪਿਆਰ ਵਿੱਚ ਆ ਕੇ ਰੱਬ ਦੇ ਫਕੀਰ ਪ੍ਰਾਤਨ ਮਹਾਂਪੁਰਖ ਪੜ੍ਹਦੇ ਹੁੰਦੇ, ਕਹਿੰਦੇ ਨਾਮਦੇਵ ਜੀ ਅੱਖਾਂ ਮੀਚੀਆਂ ਹੋਈਆਂ ਨੇ ਘੁੱਟ ਕੇ, ਪਤਾ ਹੀ ਨਹੀਂ, ਬਸ ਆਪਣੇ ਆਪ ਦਾ ਭੁੱਲ ਗਿਆ ਸਾਰਾ ਕੁਝ। ਤੇ ਨਾਮਦੇਵ ਜੀ ਉੱਥੇ ਕਰ ਕੀ ਰਹੇ ਨੇ ਜੀ, ਨਾਮਾ ਛਿੱਤਰਾਂ ਦੇ ਤਾਲ ਵਜਾਵੇ ਤੇ ਬਾਣੀ ਦਾ ਵਿਰਾਗ ਲੱਗਿਆ।
ਚਿਤਰਾਂ ਦੇ ਤਾਲ ਵਜਾਵੇ ਤੇ ਬਣੀ ਦਾ ਵਿਰਾਗ ਲੱਗਿਆ। ਨਾਮਾ ਚਿਤਰਾਂ ਦੇ ਤਾਲ ਵਜਾਵੇ ਬਾਣੀ ਦਾ ਵਿਰਾਗ ਲੱਗਿਆ। ਨਾਮਾ ਚਿਤਰਾਂ ਦੇ ਤਾਲ ਵਜਾਵੇ ਬਾਣੀ ਦਾ ਵਿਰਾਗ ਲੱਗਿਆ। ਚਿਤਰਾਂ ਦੇ ਤਾਲ ਵਜਾਵੇ ਬਾਣੀ ਦਾ ਵਿਰਾਗ ਲੱਗਿਆ। ਨਾਮਾ ਚਿਤਰਾਂ ਦੇ ਤਾਲ ਵਜਾਵੇ ਬਾਣੀ ਦਾ ਵਿਰਾਗ ਲੱਗਿਆ। 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 ਉਹ ਬਾਣੀ ਦਾ ਵਿਰਾਗ ਲੱਗਿਆ। 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 ਨਾਮਾ ਚਿਤਰਾਂ ਦੇ ਤਾਲ ਵਜਾਵੇ ਤੇ ਬਾਣੀ ਦਾ ਵਿਰਾਗ ਲੱਗਿਆ। ਚਿਤਰਾਂ ਦੇ ਤਾਲ ਵਜਾਵੇ ਬਾਣੀ ਦਾ ਵਿਰਾਗ ਲੱਗਿਆ। ਨਾਮਾ ਚਿਤਰਾਂ ਦੇ ਤਾਲ ਵਜਾਵੇ ਬਾਣੀ ਦਾ ਵਿਰਾਗ ਲੱਗਿਆ। ਨਾਮਾ ਚਿਤਰਾਂ ਦੇ ਤਾਲ ਵਜਾਵੇ ਬਾਣੀ ਦਾ ਵਿਰਾਗ ਲੱਗਿਆ। ਚਿਤਰਾਂ ਦੇ ਤਾਲ ਵਜਾਵੇ ਬਾਣੀ ਦਾ ਵਿਰਾਗ ਲੱਗਿਆ। ਨਾਮਾ ਚਿਤਰਾਂ ਦੇ ਤਾਲ ਵਜਾਵੇ ਬਾਣੀ ਦਾ ਵਿਰਾਗ ਲੱਗਿਆ। ਬਸ ਅੰਦਰ ਖੜ ਗਿਆ। ਸਾਰੇ ਦੇਖ ਕੇ ਘਬਰਾ ਕਹਿੰਦੇ ਉਹ ਇੱਕ ਤਾਂ ਉਹ ਸ਼ੂਦਰ ਹੈ, ਇਹ ਦੂਜਾ ਅੰਦਰ ਆ ਵੜਿਆ, ਤੀਜਾ ਜੁੱਤੀਆਂ ਵਜਾਉਣ ਲੱਗ ਗਿਆ ਕਿ ਸਾਡੇ ਭਗਵਾਨ ਦਾ ਅਪਮਾਨ ਹੋ ਗਿਆ, ਸਾਡਾ ਭਗਵਾਨ ਕਿਤੇ ਨਾਰਾਜ਼ ਨਾ ਹੋ ਜਾਵੇ। ਸਾਰੇ ਆਏ ਫਟਾਫਟ ਆ ਕੇ ਕਹਿੰਦੇ ਉਹ ਤੂੰ ਅੰਦਰ ਵੜਿਆ ਖੜਾ ਹੈ। ਕਹਿੰਦੇ ਕੀ ਹੋ ਗਿਆ? ਭਗਵਾਨ ਦੀ ਜਗ੍ਹਾ ਹੈ, ਰੱਬ ਤੁਹਾਡਾ ਵੀ ਹੈ ਮੇਰਾ ਵੀ ਹੈ, ਸਭ ਦਾ ਸਾਂਝਾ ਪਰਮਾਤਮਾ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ। ਕਹਿੰਦੇ ਰੱਬ ਕਿਹਦਾ ਨਹੀਂ ਹੈ, ਪਰਮਾਤਮਾ ਸਭ ਦਾ ਹੀ ਹੁੰਦਾ ਹੈ। ਪਰ ਹਾਂ ਨਾਂ ਠੀਕ ਹੈ, ਵੱਖੋ ਵੱਖਰੇ ਧਰ ਲੈ। ਕੋਈ ਰਾਮ ਰਾਮ ਕਹਿੰਦਾ, ਕੋਈ ਖੁਦਾ ਖੁਦਾ ਕਹਿੰਦਾ, ਕੋਈ ਕਿਵੇਂ ਕਹਿਣ ਲੱਗ ਪਿਆ, ਕੋਈ ਵਾਹਿਗੁਰੂ ਕਹਿਣ ਲੱਗ ਪਿਆ। ਪਰਮਾਤਮਾ ਤਾਂ ਇੱਕ ਹੈ। ਉਹਦੇ ਰਸਤੇ ਵੱਖੋ ਵੱਖਰੇ ਬਣਾ ਲਏ, ਵੀ ਕੋਈ ਇੱਧਰਲੇ ਰਸਤੇ ਕੋਈ ਇੱਧਰਲੇ ਰਸਤੇ ਜਾਂਦਾ ਹੈ। ਕਹਿੰਦੇ ਫਿਰ ਕੀ ਹੋ ਗਿਆ? ਉਹ ਨਮਿਆ ਤੂੰ ਸਾਡੇ ਪਰਮਾਤਮਾ ਦਾ ਅਪਮਾਨ ਕਰ ਦਿੱਤਾ। ਫਿਰ ਕਹਿੰਦੇ ਇਸ ਤਰ੍ਹਾਂ ਨਹੀਂ। ਭਗਤ ਨਾਮਦੇਵ ਜੀ ਨੂੰ ਗੁਰਬਾਣੀ ਵਿੱਚ ਮਹਾਰਾਜ ਜੀ ਫਰਮਾਨ ਕਰਿਆ, ਕਹਿੰਦੇ ਇਸ ਤਰ੍ਹਾਂ ਨਹੀਂ, ਹੱਥ ਬੰਨ੍ਹ ਕੇ ਨਹੀਂ ਕਿਹਾ ਤੂੰ ਬਾਹਰ ਹੋ ਜਾ, ਜਾਂ ਤੂੰ ਬਾਹਰ ਜੋੜੇ ਲਾਇਆ ਹੱਥ ਧੋ ਕੇ ਆ, ਨਹੀਂ ਇਸ ਤਰ੍ਹਾਂ ਨਹੀਂ ਕਿਹਾ। ਕਹਿੰਦੇ ਚੱਕਿਆ ਭਗਤ ਨਾਮਦੇਵ ਜੀ ਮਹਾਰਾਜ ਨੂੰ 4-5 ਬੰਦਿਆਂ ਨੇ ਚੱਕ ਕੇ ਬਾਹਰਲੇ ਪਾਸੇ ਮਾਰਿਆ। ਭਗਤ ਨਾਮਦੇਵ ਜੀ ਮਹਾਰਾਜ ਬੈਠ ਗਏ, ਸੋਚਣ ਲੱਗ ਪਏ ਕੀ ਗੱਲ ਸੱਚੇ ਪਾਤਸ਼ਾਹ ਤੂੰ ਇਹਨਾਂ ਦਾ ਕੱਲਿਆਂ ਦਾ, ਮੇਰਾ ਕੁਛ ਨਹੀਂ ਲੱਗਦਾ। ਇਹਨਾਂ ਨੇ ਮੈਨੂੰ ਬਾਹਰ ਚੁੱਕ ਕੇ ਸੁੱਟ ਦਿੱਤਾ। ਠੀਕ ਹੈ ਮੇਰੀ ਗਲਤੀ ਸੀ, ਮੈਂ ਜੋੜੇ ਲੈ ਗਿਆ, ਪਰ ਹੁਣ ਤਾਂ ਇਹ ਪਤਾ ਲੱਗ ਗਿਆ ਵੀ ਤੂੰ ਕੱਲਾ ਇਹਨਾਂ ਦਾ ਹੀ ਹੈ, ਮੇਰਾ ਨਹੀਂ ਹੈ। ਭਗਤ ਨਾਮਦੇਵ ਜੀ ਇਸ ਤਰ੍ਹਾਂ ਪਰਮਾਤਮਾ ਨਾਲ ਗੱਲਾਂ ਕਰਦੇ ਨੇ। ਸੱਚੇ ਪਾਤਸ਼ਾਹ ਜੇ ਇਸ ਤਰ੍ਹਾਂ ਅਪਮਾਨ ਹੋਣ ਲੱਗ ਗਿਆ ਨਾ, ਅੱਜ ਬਹੁਤੇ ਸਥਾਨਾਂ ਤੇ ਹੀ ਕੁਝ ਚੱਲ ਰਿਹਾ, ਮਾਫ ਕਰਿਓ ਪਿਆਰਿਓ, ਜਿੱਥੇ ਉਹ ਕਹਿੰਦੇ ਛੋਟੀ ਜਾਤੀ ਸ਼ੂਦਰਾਂ ਨੂੰ ਨਹੀਂ ਬਣਨ ਦੇਣਾ, ਅੱਜ ਬਹੁਤ ਹੈ। ਤੇ ਪਿਆਰ ਵਿੱਚ ਆ ਕੇ ਭਗਤ ਨਾਮਦੇਵ ਜੀ ਕਹਿੰਦੇ ਜੇ ਇਸ ਤਰ੍ਹਾਂ ਹੀ ਹੁੰਦਾ ਰਿਹਾ ਫਿਰ ਤੇਰੇ ਦੁਆਰੇ ਤੇ ਕੌਣ ਆਊਗਾ? ਆਊ ਕੋਈ ਇੱਥੇ? ਜੇ ਗਰੀਬਾਂ ਨੂੰ ਇਸ ਤਰ੍ਹਾਂ ਦੁਰਕਾਰ ਕੇ ਕੱਢਿਆ ਗਿਆ। ਭਗਤ ਨਾਮਦੇਵ ਜੀ ਪਰਮਾਤਮਾ ਦੇ ਨਾਲ ਗੱਲਾਂ ਕਰਦੇ ਨੇ। ਸੱਚੇ ਪਾਤਸ਼ਾਹ ਹੁਣ ਦੱਸ ਦੇ ਤੂੰ ਇਹਨਾਂ ਦਾ ਹੈ ਜਾਂ ਮੇਰਾ ਵੀ ਹੈ? ਜੇ ਤਾਂ ਇਹਨਾਂ ਦਾ ਫਿਰ ਤਾਂ ਮੇਰੀ ਗਲਤੀ ਹੈ, ਮੈਂ ਅੱਗੇ ਤੋਂ ਨਹੀਂ ਵੜਦਾ। ਜੇ ਤੂੰ ਮੇਰਾ ਵੀ ਹੈ ਨਾ, ਫਿਰ ਆਹ ਗੱਲ ਮੇਰੇ ਨਾਲ ਕਰਕੇ ਦੱਸ। ਭਗਤ ਨਾਮਦੇਵ ਜੀ ਮਹਾਰਾਜ ਪਿਆਰ ਵਿੱਚ ਆ ਕੇ ਹੱਥ ਬੰਨੇ ਨੇ, ਉਸ ਦਿਉਰੇ ਦੀ ਕੰਧ ਦੇ ਨਾਲ ਲੱਗ ਕੇ ਬੈਠ ਗਏ। ਬੜੇ ਪਿਆਰ ਵਿੱਚ ਆ ਕੇ ਉਹ ਮੇਰਾ ਤਾਂ ਕੁਛ ਨਹੀਂ ਬਈ ਗਰੀਬ ਦਾ ਜਾਣਾ, ਲਾਲ ਪੂਛੇ ਨਾਮ ਨੂੰ ਛਨੀ ਗਰੀਬ ਦਾ ਜਾਣਾ, ਲਾਲ ਲੱਗੂ ਤੇਰੇ ਨਾਮ ਨੂੰ, ਤੇਰਾ ਕੁਝ ਨਹੀਂ ਗਰੀਬ ਦਾ ਜਾਣਾ, ਲਾਜ ਲੱਗੂ ਤੇਰੇ ਨਾਮ ਨੂੰ, ਮੇਰਾ ਕੁਝ ਨਹੀਂ ਗਰੀਬ ਦਾ ਜਾਣਾ, ਲਾਜ ਲੱਗੂ ਤੇਰੇ ਨਾਮ ਨੂੰ, ਮੇਰਾ ਕੁਝ ਨਹੀਂ ਗਰੀਬ ਦਾ ਜਾਣਾ, ਨੀ ਗਰੀਬ ਦਾ ਜਾਣਾ,
ਲਾਜ ਲੱਗੂ ਤੇਰੇ ਨਾਮ ਨੂੰ ਗਰੀਬ ਦਾ ਜਾਣਾ ਲਾਜ ਲੱਗੂ ਤੇਰੇ ਨਾਮ ਨੂੰ ਕੁਝ ਨਹੀਂ ਗਰੀਬ ਦਾ ਜਾਣਾ ਲਾਜ ਲੱਗੂ ਤੇਰੇ ਨਾਮ ਨੂੰ ਮੇਰਾ ਕੁਝ ਨਹੀਂ ਗਰੀਬ ਦਾ ਜਾਣਾ ਲਾਜ ਲੱਗੂ ਤੇਰੇ ਨਾਮ ਨੂੰ। ਭਗਤ ਨਾਮਦੇਵ ਜੀ ਪ੍ਰਮਾਤਮਾ ਨਾਲ ਜਿਹੜੀਆਂ ਉਹ ਗੱਲਾਂ ਕਰਦੇ ਹਨ ਜਿਵੇਂ ਇੱਕ ਪਿਓ ਆਪਣੇ ਪੁੱਤਰ ਨਾਲ ਗੱਲਾਂ ਕਰੇ। ਮੈਂ ਅਰਜ਼ ਕਰਿਆ ਸੀ 60 ਕੋ ਮੱਕਾ ਚੱਲ ਕੇ ਆ ਗਿਆ, ਭਗਤ ਨਾਮਦੇਵ ਜੀ ਦਾ ਦਿਉਰਾ ਫੇਰ ਦਿੱਤਾ। ਜਦੋਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਮੱਕੇ ਦੇ ਵਿੱਚ ਗਏ, ਨੀਲ ਵਸਤਰ ਧਾਰੇ ਬਨਵਾਰੀ, ਆਸਾ ਹੱਥ ਕਿਤਾਬ ਕੱਛ, ਕਹਿੰਦੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਦਾ ਰੂਪ ਧਾਰਨ ਕਰਕੇ ਮੱਕੇ ਦੇ ਵਿੱਚ ਚਲੇ ਗਏ। ਜਦੋਂ ਮੱਕੇ ਦੇ ਵਿੱਚ ਗਏ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਜਿੱਧਰ ਨੂੰ ਮੱਕਾ ਸੀ ਨਾ, ਜਿੱਧਰ ਨੂੰ ਹੱਜ ਕਰਦੇ ਸੀ, ਉੱਥੇ ਹੈ ਤਾਂ ਕੁਛ ਨਹੀਂ ਹੈ, ਬਸ ਉਹਨਾਂ ਦੀ ਇੱਕ ਸ਼ਰਧਾ ਭਾਵਨਾ ਜੁੜੀ ਹੋਈ ਹੈ ਵੀ ਇਸ ਜਗ੍ਹਾ ਉੱਤੇ ਪਰਮਾਤਮਾ ਹੈ। ਕਹਿੰਦੇ ਮਹਾਰਾਜ ਉਧਰ ਨੂੰ ਆਪਣੇ ਜਿਹੜੇ ਚਰਨ ਕਰਕੇ ਪੈ ਗਏ। ਰੁਕਨਦੀਨ ਕਾਜੀ ਆਇਆ, ਅੰਮ੍ਰਿਤ ਵੇਲਾ ਹੋਇਆ, ਦੇਖਿਆ ਉਹ ਇੱਕ ਕਾਫਰ ਸਾਡੀ ਆ ਜਗ੍ਹਾ ਕਿੰਨੀ ਪੈਰ ਕਰੀ ਪਿਆ, ਮੱਕੇ ਕਿੰਨੀ ਪੈਰ ਕਰੀ ਪਿਆ। ਕਹਿੰਦੇ ਉਹਨੂੰ ਇੰਨਾ ਕੁ ਗੁੱਸਾ ਚੜ ਗਿਆ ਉਸ ਕਾਜੀ ਨੂੰ, ਰੁਕਨਦੀਨ ਨੂੰ, ਕਹਿੰਦੇ ਧੰਨ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਉਠਾਇਆ ਨਹੀਂ ਹੈ ਵੀ ਤੁਸੀਂ ਇੱਧਰ ਪੈਰ ਕਰੀ ਪਿਓ, ਨਹੀਂ। ਭਾਈ ਗੁਰਦਾਸ ਜੀ ਕਹਿੰਦੇ ਟੰਗੋਂ ਪਕੜ ਘਟੀਸਿਆ, ਫਿਰਿਆ ਮੱਕਾ ਕਲਾ ਵਿਖਾਈ। ਕਹਿੰਦੇ ਮੱਕਾ ਉਹ ਜਿਹੜੀ ਆ ਮਕਾਨ ਬਣਿਆ ਹੋਇਆ ਨਾ, ਸਾਰੀ ਦੀ ਸਾਰੀ ਬਾਉਂਡਰੀ ਘੁੰਮ ਗਈ। ਧੰਨ ਗੁਰੂ ਨਾਨਕ ਦੀ ਕਿਰਪਾ ਹੋ ਗਈ। ਦੇਖੋ ਇੱਕ ਮੱਕਾ ਬਣਿਆ ਹੋਇਆ ਮਕਾਨ ਉਹ ਘੁੰਮ ਗਿਆ, ਇਹ ਮਨੁੱਖ ਦਾ ਮਨ ਨਹੀਂ ਕਦੇ ਘੁੰਮਿਆ ਵੀ ਚੱਲ ਤੂੰ ਵੀ ਕਿਤੇ ਗੁਰਦੁਆਰੇ ਜਾ ਕੇ ਗੁਰੂ ਨੂੰ ਮਿਲ ਕੇ ਓਏ ਆਪਣੇ ਮਨ ਨੂੰ ਫੇਰ ਲੈ। ਬਾਬਰ ਦੀ ਜੇਲ੍ਹ ਦੇ ਵਿੱਚ ਬੈਠ ਗਏ। ਭਾਈ ਮਰਦਾਨਾ ਕਹਿਣ ਲੱਗਾ ਮਹਾਰਾਜਾ ਹੁਣ ਗਿੱਲੀ ਮੱਕੀ ਹੈ ਕਿਵੇਂ ਪੀਵਾਂ? ਕਹਿੰਦੀ ਬਹਿ ਜਾ ਚੁੱਪ ਕਰਕੇ। ਭਾਈ ਮਰਦਾਨਾ ਕਹਿਣ ਲੱਗਿਆ ਬੈਠੇ ਤੋਂ ਤਾਂ ਨਹੀਂ ਸਰਨਾ, ਇਹ ਮੱਕੀ ਪੀ ਕੇ ਦੇਣੀ ਹੈ, ਇਹਦਾ ਆਟਾ ਜਿੰਨੇ ਕੈਦੀ ਨੇ ਸਾਰਿਆਂ ਨੇ ਖਾਣਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਮਰਦਾਨਿਆ ਤੂੰ ਦੇਖਦਾ ਸੀ ਕਾਲ ਪੁਰਖ ਦਾ ਕਿਹੋ ਜਿਹਾ ਹੈ। ਇੱਕ ਪੱਥਰ ਦੀ ਚੱਕੀ ਪੁੜ ਦੇ ਉੱਤੇ ਪੁੜ ਧਰਿਆ ਹੋਇਆ ਹੈ, ਉਹਦੇ ਵਿੱਚ ਕਹਿੰਦੇ ਆਪੀ ਦਾਣੇ ਪੈਣਗੇ ਤੇ ਆਪੀ ਚੱਕੀ ਚੱਲੂ। ਤੂੰ ਇੱਕ ਕੰਮ ਕਰ, ਪਰਮਾਤਮਾ ਨੂੰ ਚੇਤੇ ਕਰ, ਉਸ ਨੂੰ ਰੱਬ ਨੂੰ ਚੇਤੇ ਕਰ। ਦੇਖੋ ਮੈਂ ਅਰਜ਼ ਕਰ ਰਿਹਾ, ਚੱਕੀਆਂ ਚੱਲ ਪਈਆਂ, ਮੱਕਾ ਫਿਰਿਆ ਮੱਕਾ ਕਲਾ ਵਿਖਾਈ। ਨਾਮਦੇਵ ਜੀ ਦਾ ਦਿਉਰਾ ਫੇਰਦਾ 60 ਕੋ ਮੱਕਾ ਚੱਲ ਕੇ ਰੱਬਾ ਦੇ ਕੋਲੇ ਆ ਗਿਆ। ਤੇ ਭਾਈ ਮਰਦਾਨਾ ਕਹਿਣ ਲੱਗਾ ਸੱਚੇ ਪਾਤਸ਼ਾਹ ਜੇ ਆਟਾ ਨਾ ਪੀਇਆ ਗਿਆ ਨਾ, ਇਹ ਬਾਬਰ ਜਿਹੜਾ ਨਾ ਬਾਬਰ ਬਾਦਸ਼ਾਹ ਤੇ ਸਜ਼ਾ ਬੜੀ ਪੈੜੀ ਦੇਊਗਾ। ਵਰਜੀ ਕਹਿਣ ਲੱਗੇ ਉਹ ਕਮਾਲ ਕਰਦਾ ਮਰਦਾਨਿਆ, ਨਾਲੇ ਰਬਾਬ ਵਜਾ ਤੂੰ ਚੁੱਕ ਤੇ ਨਾਲੇ ਪੜ ਬਾਬਰ ਦੀਆਂ ਚੱਕੀਆਂ ਫੇਰਤੀਆਂ, ਬਾਬਰ ਦੀਆਂ ਚੱਕੀਆਂ, ਬਾਬਰ ਦੀਆਂ ਚੱਕੀਆਂ ਫੇਰਤੀਆਂ, ਬਾਬਰ ਦੀਆਂ ਚੱਕੀਆਂ ਫੇਰਤੀਆਂ, ਬਾਬਰ ਦੀਆਂ ਚੱਕੀਆਂ ਫੇਰਤੀਆਂ। ਕਦਮਾਨ ਵੀ ਫੇਰ ਦਿਓ ਮੇਰਾ ਬਾਬਰ ਦੀਆਂ ਚੱਕੀਆਂ, ਬਾਬਰ ਦੀਆਂ ਚੱਕੀਆਂ ਫੇਰਤੀਆਂ। ਕਦਮਾਨ ਵੀ ਫੇਰ ਦਿਓ ਮੇਰਾ ਬਾਬਰ ਦੀਆਂ ਚੱਕੀਆਂ ਫੇਰਤੀਆਂ, ਬਾਬਰ ਦੀਆਂ ਚੱਕੀਆਂ ਫੇਰਤੀਆਂ। ਫੇਰ ਦਿਓ ਮੇਰਾ ਬਾਬਰ ਦੀਆਂ ਚੱਕੀਆਂ ਫੇਰਤੀਆਂ, ਬਾਬਰ ਦੀਆਂ ਚੱਕੀਆਂ ਫੇਰਤੀਆਂ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ ਤੇ ਆ ਕੇ ਚਰਨਾਂ ਦੇ ਵਿੱਚ ਰੋਜ਼ ਅਰਦਾਸ ਬੇਨਤੀ ਕਰੀਏ ਸਗਲ ਦਵਾਰ ਕੋ ਛੱਡ ਕੇ। ਇੱਥੋਂ ਹੀ ਮੈਂ ਸ਼ੁਰੂ ਕੀਤਾ ਸੀ, ਇੱਥੇ ਸਮਾਪਤੀ ਵੱਲ ਜਾਵਾਂ। ਸੱਚੇ ਪਾਤਸ਼ਾਹ ਮੈਂ ਦੁਆਰੇ ਦੇਖੇ ਜਾ ਜਾ ਕੇ ਸਾਰੇ, ਪਰ ਕਿਸੇ ਵੀ ਦੁਆਰੇ ਤੋਂ ਮੈਨੂੰ ਖੈਰ ਨਹੀਂ ਪਈ। ਮਨੁੱਖ ਮਾਨੁਕੀ ਟੇਕ ਬਿਰਥੀ ਸਭ ਜਾਣ, ਪਰ ਜਿਹੜਾ ਆਨੰਦ ਤੇਰੇ ਦੁਆਰੇ ਉੱਤੇ ਹੈ ਪਰਮਾਤਮਾ ਦੇ ਚਰਨਾਂ ਵਿੱਚ ਹੈ। ਚਰਨ ਕਮਲ ਕੀ ਮੌਜ ਕੋ ਕਉ ਕੈਸੇ ਅਨਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਮਹਾਰਾਜ ਜੀ ਕਹਿੰਦੇ ਜਿਹੜਾ ਆਨੰਦ ਇਸ ਤੁਹਾਡੇ ਚਰਨਾਂ ਵਿੱਚ ਹੈ
ਸਦੀਵੀ ਸੁੱਖ ਹੈ ਉਹ ਕਿਤੇ ਹੋਰ ਨਹੀਂ ਮਿਲਦਾ। ਹੋਰ ਤਾਂ 5-4 ਦਿਨਾਂ ਵਾਸਤੇ ਅਗਲਾ ਕਹਿ ਦਿਓ ਕੋਈ ਗੱਲ ਨਹੀਂ, ਪਰਵਾਹ ਨਾ ਕਰੀ, ਮੈਂ ਤੇਰੇ ਨਾਲ ਖੜਾ ਹੈ। ਮਹਾਰਾਜ ਜੀ ਕਹਿੰਦੇ ਉਸ ਤੋਂ ਬਾਅਦ ਤੂੰ ਕੌਣ ਤੇ ਮੈਂ ਕੌਣ। ਪਰ ਨਹੀਂ, ਸਦੀਵੀ ਸੁੱਖ ਉਸ ਗੁਰਾਂ ਦੇ ਦੁਆਰੇ ਉੱਤੇ ਬੈਠ ਕੇ ਜਿਹੜਾ ਮਿਲਦਾ ਹੈ ਤੇ ਉਹ ਫਿਰ ਮਹਾਰਾਜ ਜੀ ਕਹਿੰਦੇ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਸਾਰੇ ਜਿਹੜੇ ਨੇ ਸਾਦੀ ਬਾਣੀ ਚ ਅਰਦਾਸ ਹੁਕਮਨਾਮਾ ਪ੍ਰਸ਼ਾਦ ਫਿਰ ਚਾਹ ਦਾ ਲੰਗਰ ਤਿਆਰ ਹੈ। ਸੰਗਤ ਵਾਜ ਛਕ ਜਾਣ ਦੀ ਕਿਰਪਾਲਤਾ ਕਰਨੀ। ਰਾਮ ਕਲੀ ਮਹਲਾ ਤੀਜਾ ਆਨੰਦ ਓੰਕਾਰ। ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾ ਪਾਇਆ ਸਹਿਜ ਜੀਤੀ, ਮਨ ਵਧੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣੇ ਆਈਆਂ। ਜਬ ਦੋਤਾ ਗਾਵ ਹਰੀ, ਤੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਕਾਰੋ ਕਰੇ ਤੇਰਾ, ਕਾਰਜ ਸਭ ਸਵਾਰਨਾ। ਗਲਾ ਸਮਰੱਥ ਸੁਆਮੀ, ਸੋਗ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਵਾਰੋ ਹਰ ਨਾਲੇ। ਆਜੀ ਸੱਚ ਸੇਵਾ, ਕਿਆ ਨਹੀਂ ਕਰਤੇ ਰੇ। ਕਰਤਾ ਤੇਰੇ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸੁਨਾ ਤੇਰੀ, ਨਾਮ ਮਨ ਵਿਸਾਵੇ। ਨਾਮ ਜਿਨ ਕੈ ਮਨ ਵਸਿਆ, ਬਾਜੇ ਸ਼ਬਦ ਕਨੇਰੇ। ਕਹਿ ਨਾਨਕ ਸਤ ਸਾਹਿਬ, ਕਿਆ ਨਹੀਂ ਕਰਤੇ ਰਹਿ ਸੱਚਾ। ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ। ਦਿਨ ਭੁੱਖਾਂ ਸਭ ਗਵਾਈਆਂ, ਪਰ ਸ਼ਾਂਤ ਸੁਖ ਮਨ ਆਈ ਵਸਿਆ। ਜਿਨ ਇੱਛਾ ਸਭ ਪੁਜਾਈਆਂ। ਭਗਵਾਨ ਕੀਤਾ ਗੁਰ ਵਿਟੋ, ਇਸ ਲਈ ਆਏ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਕਰੋ ਪਿਆਰੋ ਸਾਚਾ। ਨਾਮ ਮੇਰਾ ਆਧਾਰੋ, ਆਜੇ ਪੰਜ ਸ਼ਬਦ ਚਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਜੇ, ਕਲਾ ਜਿਤ ਕਰਤਾਰੀ। ਪੰਜ ਦੂਤ ਦੋਧ ਬਸ ਕੀਤੇ, ਕਾਲ ਘੰਟ ਕਮਾਰਿਆ। ਤੁਧ ਕਰਮ ਪਾਇਆ ਤੁਧ ਜਿਨ ਕੋਸੇ, ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਖੋ, ਆਦਿਤ ਕਰ ਅਨਾਦ ਵਾਜੇ। ਆਨੰਦ ਸੁਨੋ ਬਿਟ ਭਾਗੀਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਧਨ ਪੈ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪ੍ਰੀਤ ਕਹਤੇ, ਪਵਿੱਤ ਸਤਿਗੁਰ ਆ ਭਰਪੂਰ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਬਾਜੇ ਅਨਾਦ ਤੂਰੇ। ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।